ਸਟੱਡੀ ਵੀਜ਼ਾ ਦੇ ਮੁੱਦੇ ਤੇ ਮੈਂ ਬਣਾਂਗਾ ਤੁਹਾਡੀ ਆਵਾਜ਼। ਕੰਸਲਟੈਂਟ ਨੂੰ ਪੁੱਛਾਂਗੇ ਸਿੱਧੇ ਸਵਾਲ ਤੇ ਤੁਹਾਨੂੰ ਮਿਲਣਗੇ ਤੁਹਾਡੇ ਸਵਾਲਾਂ ਦੇ ਜਵਾਬ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਸਾਰਿਆਂ ਦਾ। ਅੱਜ ਦੇ ਸ਼ੋਅ ਦੇ ਵਿੱਚ ਗੱਲ ਕਰਾਂਗੇ ਯੂਕੇ ਦੀ। ਉਹ ਸਾਰੇ ਸਟੂਡੈਂਟ ਜਿਹੜੇ ਯੂਕੇ ਸਟੱਡੀ ਕਰਨ ਜਾਣਾ ਚਾਹੁੰਦੇ ਨੇ, ਕੀ ਉਹ ਆਪਣੀ ਕੋਸਟ ਸੇਵਿੰਗ ਕਰ ਸਕਦੇ ਨੇ? ਕੀ ਕੁਝ ਅਜਿਹੇ ਤਰੀਕੇ ਨੇ ਜਿਹਦੇ ਨਾਲ ਫੀਸ 'ਚੋਂ ਪੈਸੇ ਬਚਾਏ ਜਾ ਸਕਦੇ ਨੇ? ਕੁਆਰੰਟਾਈਨ ਦਾ ਪ੍ਰੋਸੈਸ ਹੈ, ਹੋਰ ਕਿਹੜੀਆਂ ਚੀਜ਼ਾਂ ਨੇ ਜਿੱਥੋਂ ਪੈਸੇ ਬਚਾ ਕੇ ਯੂਕੇ ਸਟੱਡੀ ਵੀਜ਼ਾ ਦੀ ਕੋਸਟ ਨੂੰ ਘੱਟ ਕੀਤਾ ਜਾ ਸਕਦਾ ਹੈ ਜੈਨੂਅਨ ਤਰੀਕੇ ਨਾਲ। ਸੋ ਇਸ ਬਾਰੇ ਗੱਲਬਾਤ ਕਰਨ ਲਈ ਸਾਡੇ ਨਾਲ ਮੌਜੂਦ ਨੇ ਬ੍ਰੌਡਵੇ ਇਮੀਗ੍ਰੇਸ਼ਨ ਦੇ ਮੈਨੇਜਿੰਗ ਡਾਇਰੈਕਟਰ ਅਮਰਜੀਤ ਸਿੰਘ ਕੰਵਰ ਸਾਹਿਬ। ਸਵਾਗਤ। ਥੈਂਕ ਯੂ ਦੀਪਕ ਜੀ। ਪ੍ਰੋਗਰਾਮ ਦੇਖ ਰਹੇ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ। ਸੋ ਕੰਵਰ ਸਾਹਿਬ, ਕੀ ਪੋਸੀਬਲ ਹੈ ਕੋਸਟ ਕਟਿੰਗ ਯੂਕੇ ਵਾਸਤੇ? ਬਿਲਕੁਲ ਸਰ, ਪੋਸੀਬਲ ਹੈ। ਅਲੱਗ-ਅਲੱਗ ਇਹਦੇ ਐਸਪੈਕਟ ਨੇ। ਤੁਸੀਂ ਫੀਸ 'ਚ ਕੋਸਟ ਕਟਿੰਗ, ਕੋਸਟ ਸੇਵਿੰਗ ਕਰਨਾ ਚਾਹੁੰਦੇ ਹੋ, ਤੁਸੀਂ ਐਮਬੈਸੀ ਫੀਸ ਨੂੰ ਲੈ ਕੇ ਕਰਨਾ ਚਾਹੁੰਦੇ ਹੋ, ਤੁਸੀਂ ਕੁਆਰੰਟਾਈਨ ਨੂੰ ਲੈ ਕੇ ਕਰਨਾ ਚਾਹੁੰਦੇ ਹੋ, ਅਲੱਗ-ਅਲੱਗ ਮੁੱਦੇ ਹੈ। ਸੋ ਸਭ ਤੋਂ ਪਹਿਲਾਂ ਆਪਾਂ ਫੀਸ ਦੀ ਗੱਲ ਕਰ ਲੈਂਦੇ ਹਾਂ। ਸੋ ਫੀਸ ਦੇ ਵਿੱਚ ਜਿਹੜੀ ਕੋਸਟ ਕਟਿੰਗ ਹੈ ਉਹ ਕਿੱਦਾਂ ਮੈਨੇਜ ਹੋ ਸਕਦੀ ਹੈ? ਹੁਣ ਥੋੜ੍ਹਾ ਜਿਹਾ ਇਸ ਚੀਜ਼ ਨੂੰ ਧਿਆਨ ਨਾਲ ਸਮਝਣ ਬੱਚੇ, ਉਹ ਟੈਕਨੀਕਲੀ ਬਹੁਤ ਇੰਪੋਰਟੈਂਟ ਪੁਆਇੰਟ ਹੈ। ਇੱਕ ਤਰੀਕਾ ਸਿੰਪਲ ਹੈ ਕਿ ਯੂਨੀਵਰਸਿਟੀ ਉਹ ਲੱਭ ਲਓ ਜਿਹਦੇ 'ਚ ਫੀਸ ਘੱਟ ਹੈ। ਦੈਟ ਇਜ਼ ਵਨ ਬੇਸਿਕ ਸੋਚ, ਜਿਹਨੂੰ ਆਪਾਂ ਕਹਿੰਦੇ ਹਾਂ ਕਿ ਮੇਰੀ ਬੇਸਿਕ ਜੀ ਸੋਚ ਹੈ। ਬੇਸਿਕ ਸੋਚ ਆ ਕੀ ਕਹਿੰਦੀ ਵੀ ਯੂਨੀਵਰਸਿਟੀ ਉਹ ਲੱਭ ਲਓ ਜਿਹਦੇ 'ਚ ਫੀਸ ਘੱਟ ਹੈ। ਵੀ ਜੇ ਸਾਰੀਆਂ ਯੂਨੀਵਰਸਿਟੀਆਂ 'ਚ 12 ਲੱਖ ਹੈ ਤੇ ਕੋਈ ਇੱਦਾਂ ਦੀ ਲੱਭ ਲਓ ਜਿਹਦੇ 'ਚ 10 ਲੱਖ ਹੋਵੇ ਸਾਲ। ਦੈਟ ਇਜ਼ ਵਨ ਵੇ। ਇਹ ਆਈਡੀਆ ਹਰ ਕੋਈ ਦੇ ਸਕਦਾ ਹੈ। ਦੂਜਾ ਤਰੀਕਾ ਕੀ ਹੈ ਕੋਸਟ ਸੇਵਿੰਗ ਦਾ? ਹੁਣ ਦੂਜਾ ਤਰੀਕਾ ਆਇਆ ਕਿ ਬਹੁਤ ਸਾਰੇ ਕੋਰਸਿਸ ਇੱਦਾਂ ਦੇ ਹੁੰਦੇ ਆ ਜਿਨ੍ਹਾਂ ਦੀ ਲੈਂਥ ਜ਼ਿਆਦਾ ਹੁੰਦੀ ਹੈ, ਫੀਸ ਓਨੀ ਰਹਿ ਜਾਂਦੀ ਹੈ। ਠੀਕ ਹੈ ਜੀ। ਸੋ ਫੋਰ ਐਗਜ਼ਾਮਪਲ ਕਈ ਮਾਸਟਰਸ ਦੇ ਪ੍ਰੋਗਰਾਮ ਇੱਦਾਂ ਦੇ ਨੇ ਜਿਹੜੇ 1.5 ਸਾਲ ਦੇ ਨੇ ਜਾਂ 2 ਸਾਲ ਦੇ ਨੇ, ਜਿਨ੍ਹਾਂ 'ਚ 1 ਸਾਲ ਤੁਸੀਂ ਪੜ੍ਹਦੇ ਹੋ, ਫੀਸ ਦਿੰਦੇ ਹੋ, ਔਰ ਦੂਜੇ ਸਾਲ 'ਚ ਤੁਸੀਂ ਕੋਈ ਫੀਸ ਨਹੀਂ ਦਿੰਦੇ, ਤੁਹਾਡੇ ਕੋਲ ਵਰਕ ਰਾਈਟ ਹੈ। ਸੋ ਬੇਸ਼ੱਕ ਹੋ ਸਕਦਾ ਤੁਹਾਨੂੰ ਉਹ ਯੂਨੀਵਰਸਿਟੀ ਦੂਜੇ ਕੋਰਸ ਨਾਲੋਂ ਮਹਿੰਗੀ ਪਈ ਹੋਵੇ, ਪਰ ਉਹਨੇ ਤੁਹਾਨੂੰ 1 ਸਾਲ ਐਕਸਟਰਾ ਦਿੱਤਾ ਵਰਕ ਪਰਮਿਟ ਦਾ, ਤਾਂ ਤੁਹਾਡੇ ਪੈਸੇ ਮੈਨੇਜ ਹੋ ਗਏ। ਤੁਹਾਡਾ ਖਰਚਾ ਕੋਈ ਨਹੀਂ ਸੀ ਪਰ ਤੁਸੀਂ ਕਮਾਇਆ। ਹਾਂ, ਤੁਸੀਂ ਅੱਧੀ ਕੋਸਟ ਕੀਤੀ, ਪੜ੍ਹੇ ਤੁਸੀਂ ਉਨਾ ਹੀ, ਬਟ ਬਾਕੀ ਸਾਰਾ ਤੁਸੀਂ ਕੰਮ ਕੀਤਾ, ਉਲਟਾ ਤੁਸੀਂ ਵੱਧ ਬਚਾ ਗਏ। ਠੀਕ ਹੈ। ਇੱਦਾਂ ਹੀ ਜਦੋਂ ਆਪਾਂ ਬੈਚਲਰਸ ਡਿਗਰੀ ਦੇ ਪ੍ਰੋਗਰਾਮ ਲੈਂਦੇ ਹਾਂ, ਜਦੋਂ +2 ਵਾਲਾ ਸਟੂਡੈਂਟ ਲੈਂਦਾ, ਉਦੋਂ ਜਿਹੜੀਆਂ ਡਿਗਰੀਆਂ ਨੇ ਉਹ ਵੀ 3 ਤੋਂ 4 ਸਾਲ ਦੀ ਆਪਸ਼ਨ ਹੈ ਤੁਹਾਡੇ ਕੋਲ ਲੈਣ ਦੀ ਬਹੁਤ ਸਾਰੀਆਂ ਯੂਨੀਵਰਸਿਟੀਆਂ 'ਚ। ਇੱਕ ਤਰੀਕਾ ਤਾਂ ਉਹੀ ਹੈ ਬੇਸਿਕ, ਵੀ ਆਪਾਂ ਉਹ ਯੂਨੀਵਰਸਿਟੀ ਲੈ ਲਈਏ ਜਿਸ 'ਚ ਫੀਸ ਘੱਟ ਹੈ, ਉਹ ਵੀ ਹੈਗੀ ਹੈ। ਇੱਕ ਯੂਨੀਵਰਸਿਟੀ ਹੈ ਸਾਡੇ ਕੋਲ, ਉਹਦੇ 'ਚ ਫੀਸ ਹੀ 10,200 ਹੈ। ਠੀਕ ਹੈ ਨਹੀਂ। ਸੋ ਦੂਸਰਾ ਤਰੀਕਾ ਕੀ ਹੈ ਕਿ ਤੁਸੀਂ ਕੋਰਸ 4 ਸਾਲ ਦਾ ਲੈ ਲਿਆ, ਔਰ ਉਹ 4 ਸਾਲ ਦੇ ਵਿੱਚ ਜਿਹੜਾ ਤੁਹਾਡਾ ਤੀਸਰਾ ਸਾਲ ਹੋਊਗਾ ਉਹ ਹੋਊਗਾ ਸੈਂਡਵਿਚ ਈਅਰ। ਉੱਤਰ ਦੀ ਭਾਸ਼ਾ 'ਚ ਉਹਨੂੰ ਸੈਂਡਵਿਚ ਈਅਰ ਕਹਿ ਦਿੰਦੇ। ਉਹ ਜਿਹੜਾ ਸੈਂਡਵਿਚ ਈਅਰ ਹੁੰਦਾ ਉਹਦੇ ਵਿੱਚ ਨਾ ਫਿਰ ਪੜ੍ਹਾਈ ਨਹੀਂ ਹੁੰਦੀ, ਔਰ ਉਹ ਵਰਕ ਪਰਮਿਟ ਹੁੰਦਾ। ਉਸ ਤੋਂ ਬਾਅਦ ਤੁਸੀਂ ਚੌਥੇ ਸਾਲ ਦੀ ਪੜ੍ਹਾਈ ਕਰਦੇ ਹੋ। ਤਾਂ ਮਤਲਬ ਹੁਣ ਤੁਸੀਂ ਇੱਥੇ ਡਾਇਰੈਕਟ 3 ਸਾਲ ਦੀ ਡਿਗਰੀ ਕਰਦੇ, ਤੁਸੀਂ 3 ਸਾਲ 12 ਲੱਖ ਜਾਂ 10 ਲੱਖ ਫੀਸ ਦਿੰਦੇ, ਤੁਸੀਂ 30 ਲੱਖ ਦਿੰਦੇ। ਇੱਥੇ ਤੁਸੀਂ ਉਹ 30 ਲੱਖ ਹੁਣ 4 ਸਾਲ 'ਚ ਦੇਣਾ, ਜਿਹਦੇ 'ਚ 1 ਸਾਲ ਤੁਹਾਨੂੰ ਫੁੱਲ ਟਾਈਮ ਕੰਮ ਕਰਨ ਦੀ ਰੂਟ ਮਿਲ ਗਈ। ਤਾਂ ਮਤਲਬ ਤੁਹਾਡੀ ਉਹ ਖਰਚਾ ਕਿੰਨਾ ਘੱਟ, ਤੁਸੀਂ ਆਪੇ ਸੋਚ ਲਓ। ਨਾ ਕਰਦੇ ਵੀ ਉਹ ਸਾਲ ਦਾ 7 ਲੱਖ ਰਹਿ ਜਾਊਗਾ, ਕਿਉਂਕਿ ਉਹ ਜਿਹੜਾ 3 ਲੱਖ ਹੈ, 8-10 ਲੱਖ ਤਾਂ ਤੁਸੀਂ ਸਾਲ ਚ ਜੋੜ ਹੀ ਲੈਣਾ ਨਾ। ਜਿਹੜਾ ਵਰਕ ਪਰਮਿਟ ਮਿਲਿਆ ਤੁਹਾਨੂੰ, ਉਹ 'ਚ 1000 ਪਾਉਂਡ 800 ਪਾਉਂਡ ਵੀ ਬਚਾਇਆ ਤੇ ਤੁਸੀਂ 700 ਪਾਉਂਡ ਵੀ ਬਚਾਇਆ, ਤਾਂ ਵੀ ਸਾਲ 'ਚ ਤੁਸੀਂ 7 ਲੱਖ 8 ਲੱਖ ਬਚਾ ਗਏ। ਸੋ ਉਹ ਜਿਹੜੀ ਫੀਸ ਹੈ ਤੁਹਾਡੀ ਓਵਰਆਲ ਘੱਟ ਗਈ। ਸੋ ਆਹ ਬੈਨੀਫਿਟ ਹੈ, ਤੁਸੀਂ ਆਹ ਤਰੀਕਿਆਂ ਦੇ ਨਾਲ ਯੂਨੀਵਰਸਿਟੀ ਦੀ ਫੀਸ ਨੂੰ ਬਚਾ ਸਕਦੇ ਹੋ। ਇਸ ਤੋਂ ਇਲਾਵਾ ਕਈ ਹੋਰ ਯੂਨੀਵਰਸਿਟੀਆਂ ਨੇ ਵੀ ਜਿਸ 'ਚ ਪੜ੍ਹਾਈ 3 ਸਾਲ ਹੈ, ਵੀਜ਼ਾ 5.5 ਸਾਲ ਤੱਕ ਦਾ ਵੀ ਹੁੰਦਾ। ਸੋ ਇੱਦਾਂ ਦੀਆਂ ਵੀ ਆਪਸ਼ਨਸ ਨੇ। ਉਹਦੇ 'ਚ ਆ ਕੀ ਹੈ ਕਿ ਹਰ ਸਾਲ ਦੀ ਫੀਸ 13 ਲੱਖ ਹੈ, ਬਟ ਗੱਲ ਹੈ ਕਿ 2.5 ਸਾਲ ਦਾ ਵੀਜ਼ਾ ਐਕਸਟਰਾ। ਐਕਚੁਅਲੀ 2.5 ਸਾਲ ਦਾ ਐਕਸਟਰਾ ਵੀਜ਼ਾ ਤੁਹਾਨੂੰ, ਹਾਂ, ਕੈਲਕੂਲੇਸ਼ਨ ਸਮਝਣ ਦੀ ਲੋੜ ਹੈ। ਸੋ 2.5 ਸਾਲ ਦਾ ਵੀਜ਼ਾ ਐਕਸਟਰਾ ਮਿਲ ਗਿਆ। 13 ਲੱਖ ਮੈਂ ਸਾਲ ਦੀ ਦਿੱਤੀ, 3 ਸਾਲ ਮੈਂ ਦੇ ਦਿੱਤੀ, ਹੁਣ 40 ਲੱਖ ਚਲਾ ਗਿਆ, ਪਰ 5 ਸਾਲ ਮੈਨੂੰ ਮਿਲ ਗਏ 5.5 ਸਾਲ ਕਮਾਲ, ਜਿਹਦੇ 'ਚ 2-2.5 ਸਾਲ ਮੇਰੇ ਵਰਕ ਪਰਮਿਟ ਹੈ। ਉਸ ਤੋਂ ਬਾਅਦ ਫਿਰ 2 ਸਾਲ ਦਾ PSW ਵੱਖਰਾ, ਉਹਦੀ ਤੇ ਮੈਂ ਗੱਲ ਹੀ ਨਹੀਂ ਕਰ ਰਿਹਾ ਕਿਸੇ ਵੀ ਕੇਸ 'ਚ। ਸੋ ਤੁਹਾਡੇ ਇਸ ਤਰੀਕੇ ਨਾਲ ਜਿਹੜਾ ਆ ਉਹ ਪੈਸਾ ਮੈਨੇਜ ਹੁੰਦਾ ਫੀਸ ਨੂੰ ਲੈ ਕੇ। ਇਹ ਤਾਂ ਹੋਈ ਉਹ ਸੇਵਿੰਗ ਜਿਹੜੀਆਂ ਵੱਡੀਆਂ ਸੇਵਿੰਗਸ ਹੋ ਸਕਦੀਆਂ। ਇਸ ਤੋਂ ਇਲਾਵਾ ਕੋਈ ਛੋਟੇ ਹੁਣ ਇਹਦੇ 'ਚ ਇੱਕ ਹੋਰ ਕਰ ਸਕਦੇ ਹੋ ਤੁਸੀਂ, ਛੋਟਾ ਆ ਵੀ ਕਰ ਸਕਦੇ ਹੋ ਕਿ ਕਈ ਯੂਨੀਵਰਸਿਟੀਆਂ, ਮਤਲਬ ਉਹ 'ਚ ਕੋਸਟ ਸੇਵਿੰਗ ਨਹੀਂ ਮੈਂ ਕਹਿੰਦਾ, ਪਰ ਕੋਸਟ ਡਿਵੀਜ਼ਨ ਕਹਿ ਸਕਦੇ ਹਾਂ ਕਿ ਕਈ ਯੂਨੀਵਰਸਿਟੀਆਂ ਤੁਹਾਨੂੰ 50 ਤੋਂ 60% ਫੀਸ ਦੇ ਨਾਲ ਕਾਸਟ ਲੈਟਰ ਦੇ ਦਿੰਦੀਆਂ, ਜਿਹਦੇ 'ਚ ਤੁਹਾਡਾ ਜਾਣ ਲੱਗਿਆ ਜਿਹੜਾ ਖਰਚਾ ਹੈ ਉਹ ਘੱਟ ਜਾਂਦਾ, ਔਰ ਬਾਅਦ 'ਚ ਤੁਸੀਂ ਪਾਰਟ ਟਾਈਮ 'ਚ ਆਪਣੀ ਅੱਧੀ ਫੀਸ ਤਾਂ ਕਮਾ ਹੀ ਲੈਂਦੇ ਆ। ਸੋ ਉਹ ਤੁਸੀਂ ਉੱਥੋਂ ਪੇ ਕਰ ਸਕਦੇ ਹੋ। ਸੋ ਇਸ ਤਰੀਕੇ ਨਾਲ ਤੁਸੀਂ ਆਪਣੀ ਜਿਹੜੀ ਕਾਸਟ ਆ ਫੀਸ ਨੂੰ ਲੈ ਕੇ ਉਹਨੂੰ ਤੁਸੀਂ ਮੈਨੇਜ ਕਰ ਸਕਦੇ ਹੋ। ਕਿ ਕੁਆਰੰਟਾਈਨ 'ਚ ਵੀ ਪੈਸੇ ਬਚਦੇ ਨੇ? ਬਿਲਕੁਲ ਬਚਦੇ ਜੀ, ਕੁਆਰੰਟਾਈਨ 'ਚ ਵੀ ਬਚਦੇ ਆ। ਰੈੱਡ ਲਿਸਟ 'ਚ ਹੈ ਜਿੰਨਾ ਚਿਰ ਇੰਡੀਆ ਦਾ ਕੁਆਰੰਟਾਈਨ ਹੋਣਾ ਜ਼ਰੂਰੀ ਹੈ। ਹੁਣ ਉਹ ਅਕੋਮੋਡੇਸ਼ਨ ਜਿਹੜੀ ਉਹ ਤਕਰੀਬਨ 1750 ਪਾਉਂਡ ਦੀ ਹੈ, ਪਰ ਜੇ ਉਹਨੂੰ 2 ਬੱਚੇ ਮਿਲ ਕੇ ਲੈ ਲੈਣ
ਤਾਂ ਉਹ ਕਾਸਟ ਹਰ ਇੱਕ ਬੱਚੇ ਨੂੰ ਜਿਹੜੀ ਟੋਟਲ ਕਾਸਟ 2 ਬੱਚਿਆਂ ਦੀ ਹੋ ਜੂਗੀ ਉਹ 2400 ਪਾਉਂਡ ਹੋ ਪਰ ਕੀ ਲੀਗਲ ਹੈ ਲੈ ਲੀਗਲ ਹੈ ਅਪ ਟੂ 3 ਸਟੂਡੈਂਟਸ ਅਪ ਟੂ 3 ਹਾਂ। ਸੋ ਜੇ 2 ਬੱਚੇ ਮਿਲ ਕੇ ਲੈ ਰਹੇ ਆ ਤਾਂ ਉਹ ਫੀਸ ਹੋ ਗਈ 2400। ਸੋ ਇੱਕ ਬੱਚੇ ਨੂੰ ਕਿੰਨੀ ਪਈ 1200, ਪਹਿਲਾਂ ਪੈ ਰਹੀ ਸੀ 1750। 50,000 55,000 ਰੁਪਏ ਬੱਚੇ ਦਾ, ਤਕਰੀਬਨ 60,000 ਰੁਪਏ ਅੱਜ ਦੇ ਰੇਟ ਦੇ ਹਿਸਾਬ ਨਾਲ ਉਹਦਾ ਬਚ ਗਿਆ। ਔਰ ਜੇ ਉਸੇ ਅਕੋਮੋਡੇਸ਼ਨ 'ਚ 3 ਬੱਚੇ ਇਕੱਠੇ ਹੋ ਜਾਂਦੇ ਆ ਤਾਂ ਉਹ ਰਹਿ ਜਾਂਦੀ ਇਕੱਲੀ 1000 ਪਾਉਂਡ। ਸੋ ਜਿਹੜਾ ਪੌਣੇ 2 ਲੱਖ ਦਾ ਖਰਚਾ ਸੀ ਉਹ ਲੱਖ ਰੁਪਏ ਤੇ ਆ ਗਿਆ। ਮਤਲਬ ਸਿੱਧਾ ਰਫਲੀ ਅਰਾਊਂਡ 50% ਦੇ ਲਾਗੇ ਦਾ ਤੁਹਾਡਾ ਜਿਹੜਾ ਡਿਸਕਾਊਂਟ ਹੈ ਉਹ ਹੋ ਗਿਆ। ਸੋ ਤੁਸੀਂ ਇੱਥੇ ਫੀਸ ਬਚਾ ਲਈ। ਆਹ ਤਰੀਕੇ ਹੈ ਜਿਹਦੇ ਨਾਲ ਤੁਸੀਂ ਬਹੁਤ ਸਾਰਾ ਖਰਚਾ ਕੋਰਸ ਬਚਾ ਸਕਦੇ ਸਿਲੈਕਸ਼ਨ 'ਚ ਵੀ ਪੈਸੇ ਬਚਦੇ ਨਹੀਂ। ਕੋਰਸ ਤਾਂ ਉਹ ਯੂਨੀਵਰਸਿਟੀ ਰਿਲੇਟਡ ਹੀ ਹੋ ਗਿਆ ਜਿਹੜਾ ਤੁਸੀਂ ਕੋਰਸ ਸਿਲੈਕਟ ਕਰਦੇ ਹੋ। ਔਰ ਉਸ ਤੋਂ ਇਲਾਵਾ ਜਿਹੜਾ ਤੁਸੀਂ ਬਚਾ ਸਕਦੇ ਹੋ, ਇੱਕ ਨਜਾਇਜ਼ ਖਰਚਾ ਜਿਹੜਾ ਲੋਕੀ ਕਰ ਦਿੰਦੇ ਆ, ਤੁਸੀਂ ਉਹਨੂੰ ਰੋਕ ਸਕਦੇ ਹੋ। ਉਹ ਨਜਾਇਜ਼ ਖਰਚਾ ਹੈਗਾ ਆਪਣੀ ਫਾਈਲ ਨੂੰ ਪ੍ਰਾਇੋਰਟੀ 'ਚ ਲਾਉਣ ਦੀ ਕੋਸ਼ਿਸ਼ ਕਰਨਾ ਜਾਂ ਆਪਣੀ ਫਾਈਲ ਨੂੰ ਸੁਪਰ ਪ੍ਰਾਇੋਰਟੀ ਕੈਟਾਗਰੀ 'ਚ ਲਾਉਣ ਦੀ ਕੋਸ਼ਿਸ਼ ਕਰਨਾ। ਜਦੋਂ ਤੁਸੀਂ ਪ੍ਰਾਇੋਰਟੀ 'ਚ ਲਾਉਂਦੇ ਹੋ ਤੁਸੀਂ 20,000 ਐਮਬੈਸੀ ਵੱਧ ਦਿੰਦੇ ਹੋ, ਔਰ ਜਦੋਂ ਤੁਸੀਂ ਸੁਪਰ ਪ੍ਰਾਇੋਰਟੀ ਲਾਉਂਦੇ ਹੋ ਤੁਸੀਂ ਤਕਰੀਬਨ ਲੱਖ ਰੁਪਏ ਵੱਧ। ਕਿਤੇ ਨਾ ਕਿਤੇ ਪ੍ਰਾਇੋਰਟੀ ਸੁਪਰ ਪ੍ਰਾਇੋਰਟੀ ਵਾਲਿਆਂ ਨੂੰ ਇਹ ਤਾਂ ਨਹੀਂ ਲੱਗਦਾ ਕਿ ਵੀਜ਼ਾ ਦੇ ਚਾਂਸ ਵੱਧਦੇ ਨੇ? ਵਹਿਮ ਇਹੀ ਪਾਇਆ ਜਾਂਦਾ ਹੈ, ਬਟ ਇਹਦਾ ਕੋਈ ਫਾਇਦਾ ਨਹੀਂ। ਜੇ ਤੁਹਾਡਾ ਵੀਜ਼ਾ ਆਉਣਾ ਹੈ ਤਾਂ ਨਾਰਮਲ ਵੀਜ਼ਾ ਵੀ 7 ਤੋਂ 10 ਦਿਨ ਦੇ ਵਿੱਚ ਆ ਜਾਊਗਾ। ਜੇ ਇੰਟਰਵਿਊ ਆਉਣੀ ਹੈ ਤਾਂ ਫਿਰ ਪ੍ਰਾਇੋਰਟੀ ਤੇ ਸੁਪਰ ਪ੍ਰਾਇੋਰਟੀ ਤੁਹਾਨੂੰ ਦੋਨੋਂ ਹੀ ਨਹੀਂ ਬਚਾ ਸਕਦੇ। ਫਿਰ ਤੁਹਾਡੀ ਉਹ ਆਉਣੀ ਹੈ ਔਰ ਰਿਜ਼ਲਟ ਆਪਣੇ ਟਾਈਮ ਨਾਲ ਆਊਗਾ। ਸੋ ਜਦੋਂ ਰਿਜ਼ਲਟ ਆਪਣੇ ਟਾਈਮ ਨਾਲ ਆਉਣਾ ਹੈ ਤਾਂ ਉਹਦੇ ਵਿੱਚ 20,000 ਰੁਪਏ ਅਲੱਗ ਤੋਂ ਵੰਡਣ ਦੀ ਕੀ ਲੋੜ ਹੈ? ਠੀਕ ਹੈ ਨਹੀਂ। ਸੋ ਆਹ 3 ਨਾਰਮਲ ਖਰਚੇ ਨੇ ਜਿਹੜੇ ਹਰ ਬੱਚੇ ਦੇ ਹੁੰਦੇ ਨੇ, ਇਹ ਬੱਚਾ ਬਚਾ ਸਕਦਾ ਹੈ। ਬਾਕੀ ਫੰਡਸ ਨੂੰ ਲੈ ਕੇ ਡਿਪੈਂਡ ਕਰਦਾ ਤੁਹਾਡੀ ਸਿਚੁਏਸ਼ਨ ਦੇ ਉੱਤੇ, ਤੁਸੀਂ ਉਹਦੇ ਹਿਸਾਬ ਨਾਲ ਬਚਾ ਸਕਦੇ ਹੋ। ਸੋ ਦੋਸਤੋ, ਬਹੁਤ ਹੀ ਇੰਪੋਰਟੈਂਟ ਇਨਫੋਰਮੇਸ਼ਨ ਦਿੱਤੀ ਹੈ ਅਮਰਜੀਤ ਜੀ ਨੇ। ਇਹਨੂੰ ਸ਼ੇਅਰ ਵੀ ਜ਼ਰੂਰ ਕਰੋ। ਤੁਸੀਂ ਖੁਦ ਪੈਸੇ ਬਚਾ ਸਕਦੇ ਹੋ, ਸੇਵ ਕਰ ਸਕਦੇ ਹੋ ਤੇ ਕਿਸੇ ਦੋਸਤ ਨੂੰ ਵੀ ਹੈਲਪ ਕਰ ਸਕਦੇ ਹੋ। ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਕੇ ਰੱਖੋ ਤਾਂ ਕਿ ਕੁਆਲਿਟੀ ਵੀਡੀਓਜ਼ ਤੁਹਾਡੇ ਤੱਕ ਪਹੁੰਚਦੇ ਰਹਿਣ। ਧੰਨਵਾਦ। ਥੈਂਕ ਯੂ। ਸਟੱਡੀ ਵੀਜ਼ਾ ਦੇ ਮੁੱਦੇ ਤੇ ਮੈਂ ਬਣਾਂਗਾ ਤੁਹਾਡੀ ਆਵਾਜ਼। ਕੰਸਲਟੈਂਟ ਨੂੰ ਪੁੱਛਾਂਗੇ ਸਿੱਧੇ ਸਵਾਲ ਤੇ ਤੁਹਾਨੂੰ ਮਿਲਣਗੇ ਤੁਹਾਡੇ ਸਵਾਲਾਂ ਦੇ ਜਵਾਬ।